ਸਭ ਨੂੰ ਹੈਲੋ। ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ ਸਾਡੇ NPTEL ਆਨਲਾਈਨ ਪ੍ਰਮਾਣੀਕਰਨ ਕੋਰਸਾਂ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਆਰਥੋਗ੍ਰਾਫਿਕ ਅਨੁਮਾਨਾਂ ਤੇ ਮੋਡਿਊਲ ਨੰਬਰ ਅਤੇ ਲੈਕਚਰ ਨੰਬਰ 26 ਨੂੰ ਕਵਰ ਕਰ ਰਹੇ ਹਾਂ। ਇਸ ਲਈ, ਹੁਣ ਸਾਡੇ ਕੋਲ ਇਹਨਾਂ ਆਰਥੋਗ੍ਰਾਫਿਕ ਅਨੁਮਾਨਾਂ ਲਈ ਅਨੁਭਵ ਹੋਵੇਗਾ। ਇੱਥੇ ਸਾਡੇ ਕੋਲ ਇੱਕ 3 ਡਾਇਮੈਂਸ਼ਨਲ ਵਸਤੂ ਹੈ, ਅਤੇ ਅਸੀਂ ਇਸ ਨੂੰ ਡਰਾਇੰਗ ਸ਼ੀਟ ਤੇ ਵੱਖ-ਵੱਖ ਦ੍ਰਿਸ਼ਾਂ ਲਈ ਬਣਾਉਣਾ ਚਾਹੁੰਦੇ ਹਾਂ। ਅਜਿਹਾ ਕਰਨ ਲਈ, ਸਭ ਤੋਂ ਪਹਿਲਾਂ ਆਓ ਅਸੀਂ ਵਸਤੂ ਨੂੰ ਵੇਖੀਏ। ਵਸਤੂ ਦੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ ਹਨ। ਇੱਕ ਬਲੋਕ ਵਰਗਾ ਕੁਝ। ਅਤੇ ਇੱਕ ਸਲਾਟ ਵਰਗਾ ਕੁਝ, ਜਿੱਥੇ ਸਮੱਗਰੀ ਨੂੰ ਸਲਾਟਿੰਗ ਕਿਸਮ ਦੀ ਕਾਰਵਾਈ ਬਣਾ ਕੇ ਹਟਾ ਦਿੱਤਾ ਜਾਂਦਾ ਹੈ। ਅਤੇ ਇੱਕ ਝੁਕੇ ਹੋਏ ਜਹਾਜ਼ ਨੂੰ ਦੁਬਾਰਾ ਕੱਟਿਆ ਜਾਂਦਾ ਹੈ। ਇਸ ਲਈ ਸਮੱਗਰੀ ਦਾ ਇਹ ਹਿੱਸਾ ਲੰਬਵਤ ਨਹੀਂ ਹੈ ਕਿ ਝੁਕੇ ਹੋਏ ਤਰੀਕੇ ਨਾਲ ਉਸ ਸਮੱਗਰੀ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਹ ਬਲੋਕ ਸਾਰੇ ਰਸਤੇ ਉੱਪਰ ਜਾਂਦਾ ਹੈ। ਇਹ ਉੱਥੇ ਆਉਂਦਾ ਹੈ ਅਤੇ ਉਸ ਦਿਸ਼ਾ ਵਿੱਚ ਜਾਂਦਾ ਹੈ। ਅਤੇ ਇਹ ਉੱਥੇ ਆਉਂਦਾ ਹੈ ਅਤੇ ਇੱਥੇ ਇੱਕ ਤਿਕੋਣੀ ਕਿਸਮ ਦਾ ਹਿੱਸਾ ਹੁੰਦਾ ਹੈ ਜੋ ਵੱਧਦਾ ਜਾ ਰਿਹਾ ਹੈ ਇੱਕ ਕੰਧ ਦੀ ਤਰ੍ਹਾਂ। ਝੁਕਿਆ ਹੋਇਆ ਹੈ ਕੰਧ ਜੋ ਸਾਰੇ ਰਸਤੇ ਉੱਪਰ ਜਾ ਰਹੀ ਹੈ। ਇਸ ਲਈ ਕਿ ਇਹ ਇਸ ਚਾਪ ਦਾ ਸਪਰਸ਼ ਬਣ ਜਾਂਦਾ ਹੈ, ਇਸ ਲਈ ਇੱਥੇ ਇੱਕ ਬੇਲਨਾਕਾਰ ਕਿਸਮ ਦੇ ਹਿੱਸੇ ਵਰਗਾ ਕੁਝ ਹੈ। ਇਹ ਸਿਲੰਡਰ ਕਿਸਮ ਦਾ ਹਿੱਸਾ ਹੈ। ਅਤੇ ਇਹ ਝੁਕੀ ਹੋਈ ਢਲਾਨ ਇੱਕ ਸਪਰਸ਼ ਦਿਸ਼ਾ ਵਿੱਚ ਇਸ ਨੂੰ ਛੂਹਦੀ ਹੈ। ਇਸ ਲਈ ਇੱਥੇ ਇਹਨਾਂ ਸਥਾਨਾਂ ਤੇ ਕੋਈ ਵੀ ਸਮੱਗਰੀ ਨਹੀਂ ਹੈ, ਖਾਲੀ ਹੋ ਗਈ ਹੈ। ਅਤੇ ਦੁਬਾਰਾ ਸਾਡੇ ਕੋਲ ਉਸ ਦੇ ਅੰਦਰ ਇੱਕ ਮੋਰੀ ਹੈ। ਇਸ ਲਈ ਡ੍ਰਿਲਿੰਗ ਆਪਰੇਸ਼ਨ ਦੁਆਰਾ ਉਸ ਸਮੱਗਰੀ ਦੇ ਇਸ ਹਿੱਸੇ ਨੂੰ ਹਟਾ ਦਿੱਤਾ ਜਾਂਦਾ ਹੈ। ਅਤੇ ਇਹ ਇੱਕ ਆਰਚ ਟੈਂਜੈਂਟ ਵਰਗਾ ਹੈ ਕਿ ਇੱਥੇ ਇੱਕ ਝੁਕਾਅ ਵਾਲਾ ਹਿੱਸਾ ਹੈ। ਇਹ ਉਹ ਵਸਤੂ ਹੈ ਜੋ ਅਸੀਂ ਬਣਾਉਣਾ ਚਾਹੁੰਦੇ ਹਾਂ। ਇੱਥੇ ਕੁਝ ਮਾਪ ਹਨ ਜਿਵੇਂ ਕਿ ਇਹ ਸਲਾਟ ਇੱਥੇ 40 ਯੂਨਿਟਾਂ ਦਾ ਹੋਣਾ ਚਾਹੀਦਾ ਹੈ ਅਤੇ ਇਹ ਲੰਬਾਈ ਇੱਥੋਂ ਤੱਕ 8 ਮਿਲੀਮੀਟਰ ਹੈ ਅਤੇ ਇਹ 50 ਮਿਲੀਮੀਟਰ ਵਰਗਾ ਹੈ। ਅਤੇ ਇਸ ਤਰ੍ਹਾਂ ਵੱਖ-ਵੱਖ ਮਾਪ ਦਿੱਤੇ ਗਏ ਹਨ। ਜਦੋਂ ਅਸੀਂ ਦੇਖ ਰਹੇ ਹਾਂ ਕਿ ਇਹ ਕੇਂਦਰ 35 ਮਿਲੀਮੀਟਰ ਉੱਪਰ ਹੈ ਅਤੇ ਇਹ ਚਾਪ ਜਦੋਂ ਅਸੀਂ ਦੇਖ ਰਹੇ ਹਾਂ, ਇਹ ਪੂਰੀ ਚੀਜ਼ R35 ਚਾਪ ਤੇ ਆਉਂਦੀ ਹੈ ਕਿਉਂਕਿ ਇਹ ਉਚਾਈ 35 ਹੈ ਅਤੇ ਉੱਥੋਂ ਸਾਡੇ ਕੋਲ ਇਹ 35 ਮਿਲੀਮੀਟਰ ਹੈ। ਦੱਸੇ ਗਏ ਚੱਕਰ ਦੇ ਵਿਆਸ ਤੇ 50 ਹੈ ਅਤੇ ਇੱਥੇ 30 ਮਿਲੀਮੀਟਰ ਦੀ ਚੌੜਾਈ ਹੈ ਅਤੇ ਇਹ ਵੀ 70 ਮਿਲੀਮੀਟਰ ਹੈ। ਇਸ ਤਰ੍ਹਾਂ ਦੇ ਹੋਰ ਮਾਪ ਹਨ 70 ਅਤੇ ਉਹ ਵੀ। ਇਸ ਵਸਤੂ ਨੂੰ ਅਸੀਂ ਡਰਾਇੰਗ ਸ਼ੀਟ ਤੇ ਚਿੱਤਰਕਾਰੀ ਤੌਰ ਤੇ ਦੇਖਣਾ ਚਾਹੁੰਦੇ ਹਾਂ। ਉਦਾਹਰਨ ਲਈ ਜਿਵੇਂ ਕਿ ਇੱਥੇ ਸਾਹਮਣੇ ਦਾ ਦ੍ਰਿਸ਼ ਤੀਰ ਦੀ ਦਿਸ਼ਾ ਦੁਆਰਾ ਦਿੱਤਾ ਗਿਆ ਹੈ। ਤੀਰ ਦੀ ਦਿਸ਼ਾ ਹਮੇਸ਼ਾ ਦ੍ਰਿਸ਼ ਦੀ ਦਿਸ਼ਾ ਵਜੋਂ ਡਰਾਇੰਗ ਸ਼ੀਟਾਂ ਵਿੱਚ ਦਰਸਾਉਂਦੀ ਹੈ। ਇਸ ਲਈ ਸਾਹਮਣੇ ਦਾ ਦ੍ਰਿਸ਼ ਜੇਕਰ ਅਸੀਂ ਇਸ ਨੂੰ ਬਣਾਉਣ ਜਾ ਰਹੇ ਹਾਂ, ਉਦਾਹਰਨ ਲਈ ਇਹ ਉਹ ਚੀਜ਼ ਹੈ ਜੋ ਮੈਂ ਸਾਹਮਣੇ ਦ੍ਰਿਸ਼ ਬਣਾਉਣਾ ਚਾਹਾਂਗਾ। ਇਸ ਲਈ ਪਹਿਲੇ ਚਤੁਰਭੁਜ ਦੀ ਵਰਤੋਂ ਕਰਦੇ ਹੋਏ ਇਸ ਤਰ੍ਹਾਂ ਅਸੀਂ ਇਸ ਨੂੰ ਪ੍ਰੋਜੈਕਟ ਕਰਨਾ ਚਾਹਾਂਗੇ। ਭਾਵ ਇਹ ਸਾਰੀ ਚੀਜ਼ ਉਸ ਅਪਾਰਦਰਸ਼ੀ ਪਲੇਨ ਮਿਲੀਮੀਟਰ ਤੇ ਪ੍ਰੋਜੈਕਟ ਕੀਤੀ ਗਈ ਹੈ ਅਤੇ ਇਹ ਚੋਟੀ ਦਾ ਦ੍ਰਿਸ਼ ਪੂਰੀ ਤਰ੍ਹਾਂ ਹੇਠਲੇ ਧੁੰਦਲੇ ਸਮਤਲ ਤੇ ਪੇਸ਼ ਕੀਤਾ ਗਿਆ ਹੈ। ਅਤੇ ਸਾਈਡ ਦਾ ਦ੍ਰਿਸ਼ ਪੂਰੀ ਤਰ੍ਹਾਂ ਪ੍ਰੋਫਾਈਲ ਪਲੇਨ ਅਪਾਰਦਰਸ਼ੀ ਇੱਕ ਤੇ ਪੇਸ਼ ਕੀਤਾ ਗਿਆ ਹੈ ਅਤੇ ਸਾਨੂੰ ਇਸ ਤਰੀਕੇ ਨਾਲ ਫਲਿੱਪ ਕਰਨਾ ਹੋਵੇਗਾ ਕਿ ਫਰੰਟ ਵਿਊ ਟਾਪ ਵਿਊ ਹੇਠਲੇ ਪੱਧਰ ਤੇ ਆਵੇ। ਇਸ ਲਈ ਅਜਿਹਾ ਕੁਝ ਅਸੀਂ ਬਣਾਉਣ ਜਾ ਰਹੇ ਹਾਂ।
ਆਓ ਸਭ ਤੋਂ ਪਹਿਲਾਂ ਇਸ ਦੀ ਕਲਪਨਾ ਕਰੀਏ ਕਿ ਸਾਹਮਣੇ ਦਾ ਦ੍ਰਿਸ਼ ਕੀ ਹੋ ਸਕਦਾ ਹੈ ਕਿਉਂਕਿ ਦਿਸ਼ਾ ਇਹ ਹੈ। ਇਸ ਲਈ ਇਹ ਪੂਰਾ ਆਇਤਾਕਾਰ ਬਲੋਕ ਜੇਕਰ ਅਸੀਂ ਇਹ ਮੰਨ ਲਈਏ, ਇਸ ਵਿੱਚ ਅਸੀਂ ਬਣਾਉਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਲਗਭਗ ਸਾਹਮਣੇ ਦਾ ਦ੍ਰਿਸ਼ ਅਸੀਂ ਕਰਾਂਗੇ। ਇਸ ਨੂੰ ਗ੍ਰਾਫ ਸ਼ੀਟ ਤੇ ਕਰੋ। ਕੁਝ ਇਸ ਤਰ੍ਹਾਂ ਹੈ ਕਿ ਇੱਥੇ ਇੱਕ ਆਇਤਕਾਰ ਹੈ ਜੋ ਉੱਥੇ ਆ ਜਾਂਦਾ ਹੈ ਅਤੇ ਇੱਥੇ ਕਿਤੇ ਇੱਕ ਝੁਕੇ ਸਲਾਟ ਹੈ। ਇਸ ਲਈ ਇਹ ਪ੍ਰੋਜੈਕਸ਼ਨ ਹੋ ਸਕਦਾ ਹੈ ਅਤੇ ਕਿਤੇ ਇਹ 70 ਮਿਲੀਮੀਟਰ ਤੋਂ ਸ਼ੁਰੂ ਹੁੰਦਾ ਹੈ। ਇਸ ਲਈ ਇਹ 70 ਮਿਲੀਮੀਟਰ ਹੈ। ਇਹ ਕਿਸੇ ਕਿਸਮ ਦੀ ਰੇਖਾ ਉਸ ਦਿਸ਼ਾ ਵਿੱਚ ਜਾਂਦੀ ਹੈ ਅਤੇ ਇੱਥੋਂ 70 ਮਿਲੀਮੀਟਰ ਹੈ। ਇਸ ਲਈ ਕੁਝ ਅਜਿਹਾ ਹੈ ਜੋ ਇਸ ਤੋਂ ਪਹਿਲਾਂ ਕਿਤੇ ਇਸ ਪੱਧਰ ਤੱਕ ਜਾਂਦਾ ਹੈ। ਇਸ ਲਈ ਇਸ ਪੱਧਰ ਤੱਕ ਇੱਥੇ ਇੱਕ ਚੱਕਰ ਹੈ ਅਤੇ ਉਸ ਤੋਂ ਉੱਪਰ ਉਸ ਕਰਵ ਆਰਚ ਵਰਗੀ ਕੋਈ ਚੀਜ਼ ਹੈ। ਅਤੇ ਇਹ ਲਾਈਨ ਇਸ ਲਾਈਨ ਨੂੰ ਇੱਕ ਦੂਜੇ ਦੇ ਸਮਾਨਾਂਤਰ ਜਾਣਾ ਚਾਹੀਦਾ ਹੈ ਜਿਵੇਂ ਕਿ ਉਸ ਹਿੱਸੇ ਵਿੱਚ ਹੋਣਾ ਚਾਹੀਦਾ ਹੈ। ਅਤੇ ਇੱਥੇ ਇੱਕ ਚਾਪ ਵਰਗਾ ਕੋਈ ਚੀਜ਼ ਹੈ ਜੋ ਅਸੀਂ ਲੰਬਕਾਰੀ ਲਾਈਨ ਵਿੱਚ ਵੇਖਾਂਗੇ। ਇਸ ਲਈ ਜਦੋਂ ਅਸੀਂ ਦੇਖ ਰਹੇ ਹੁੰਦੇ ਹਾਂ ਕਿ ਇਹ ਉੱਥੇ ਆਉਂਦਾ ਹੈ ਅਤੇ ਅਸੀਂ ਉੱਥੇ ਕਿਸੇ ਕਿਸਮ ਦੀ ਝੁਕੀ ਹੋਈ ਲਾਈਨ ਨੂੰ ਦੇਖਣਾ ਸ਼ੁਰੂ ਕਰਦੇ ਹਾਂ, ਘੱਟੋ ਘੱਟ ਇਹ ਪਹਿਲਾ ਦੋਸਤ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਇੱਥੇ ਹਮੇਸ਼ਾ ਲੁਕੀਆਂ ਲਾਈਨਾਂ ਅਤੇ ਡੈਸ਼ ਲਾਈਨਾਂ ਹੁੰਦੀਆਂ ਹਨ ਜੋ ਅਸੀਂ ਇਸ ਨੂੰ ਖਿੱਚਣ ਜਾ ਰਹੇ ਹਾਂ। ਇਸ ਲਈ ਅਜਿਹਾ ਕਰਨ ਲਈ ਸਭ ਤੋਂ ਪਹਿਲਾਂ ਆਓ ਕਦਮ ਦਰ ਕਦਮ ਦੇਖੀਏ। ਪਹਿਲਾ ਕਦਮ ਹਮੇਸ਼ਾ ਝੁਕੇ ਹੋਏ ਦ੍ਰਿਸ਼ ਨੂੰ ਲੰਬਵਤ ਸਰਫੇਸ ਦੀ ਪਛਾਣ ਕਰਨਾ ਹੁੰਦਾ ਹੈ। ਝੁਕੇ ਦ੍ਰਿਸ਼ ਇਸ ਦਿਸ਼ਾ ਵਿੱਚ ਹੁੰਦੇ ਹੈ। ਇਸ ਲਈ ਜੋ ਸਾਨੂੰ ਕਲਪਨਾ ਕਰਨੀ ਹੈ, ਉਹ ਉਸ ਦਿਸ਼ਾ ਵਿੱਚ ਹੈ ਜੋ ਸਾਨੂੰ ਅਸਲ ਵਿੱਚ ਪ੍ਰੋਜੈਕਟ ਕਰਨਾ ਹੈ। ਇਸ ਲਈ ਤੁਹਾਡੀ ਵਸਤੂ ਉਸ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ। ਇਸ ਲਈ ਪਹਿਲਾਂ ਸਾਨੂੰ ਇਸ ਨੂੰ ਅਲਾਈਨ ਕਰਨਾ ਹੋਵੇਗਾ। ਫਿਰ, ਦੇਖਣ ਦੇ ਸਮਾਨਾਂਤਰ ਸਰਫੇਸ ਉਸ ਦ੍ਰਿਸ਼ ਵਿੱਚ ਦਿਖਾਈ ਨਹੀਂ ਦੇਣਗੀਆਂ, ਜਿਸ ਦਾ ਮਤਲਬ ਹੈ ਕਿ ਇਹ ਇੱਕ ਸਰਫੇਸ ਹੈ ਅਤੇ ਇਹ ਦੂਜੀ ਹੈ। ਅਸੀਂ ਇਸ ਦੀ ਕਲਪਨਾ ਕਰਨ ਦੀ ਸਥਿਤੀ ਵਿੱਚ ਨਹੀਂ ਹੋ ਸਕਦੇ। ਜਦੋਂ ਅਸੀਂ ਇਸ ਦੀ ਕਲਪਨਾ ਕਰ ਰਹੇ ਹਾਂ, ਇਸ ਦਾ ਮਤਲਬ ਹੈ ਕਿ ਜੇਕਰ ਇਹ ਉਹ ਸਰਫੇਸ ਹੈ ਜਿਸ ਦੀ ਅਸੀਂ ਕਲਪਨਾ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਅਸਲ ਵਿੱਚ ਇਸ ਸਰਫੇਸ ਜਾਂ ਸ਼ਾਇਦ ਉਸ ਸਰਫੇਸ ਨੂੰ ਨਹੀਂ ਦੇਖ ਸਕਦੇ। ਤੀਸਰਾ, ਸਭ ਤੋਂ ਪਹਿਲਾਂ ਆਸਾਨੀ ਨਾਲ ਪਛਾਣਨਯੋਗ ਡਰਾਇੰਗਾਂ ਲਈ ਇੱਕ ਖਿਤਿਜੀ ਅਤੇ ਲੰਬਕਾਰੀ ਸੰਦਰਭ ਪਲੇਨ ਨੂੰ ਬਣਾਉਣਾ ਹੈ। ਇਸ ਉਦੇਸ਼ ਲਈ ਜੇਕਰ ਇਹ ਬਾਕਸ ਕਿਸਮ ਦੀ ਚੀਜ਼ ਦਾ ਪਹਿਲਾ ਕੁਆਡਰੈਂਟ ਹੈ, ਤਾਂ ਸਾਨੂੰ ਇਹ ਪਛਾਣਨਾ ਹੋਵੇਗਾ ਕਿ ਇੱਥੇ ਮੇਰਾ ਫਰੰਟ ਪਲੇਨ ਹੈ। ਇੱਥੇ ਇਨ ਬਾਕਸ ਵਿਧੀ ਅਸੀਂ ਇਸ ਨੂੰ ਤੁਰੰਤ ਉਸ ਉੱਤੇ ਪ੍ਰੋਜੈਕਟ ਕਰਾਂਗੇ। ਜੇਕਰ ਇਹ ਰੋਸ਼ਨੀ ਦੁਆਰਾ ਪਹਿਲੀ ਚਤੁਰਭੁਜ ਵਿਧੀ ਹੈ, ਜੇਕਰ ਅਸੀਂ ਇਸ ਨੂੰ ਪ੍ਰੋਜੈਕਟ ਕਰ ਰਹੇ ਹਾਂ ਤਾਂ ਇਹ ਇੱਕ ਧੁੰਦਲਾ ਸਮਤਲ ਹੈ ਜਿਸ ਉੱਤੇ ਇਹ ਪੂਰੀ ਵਸਤੂ ਪ੍ਰੋਜੈਕਟ ਕੀਤੀ ਜਾਵੇਗੀ। ਇਸ ਲਈ ਇਹ ਸਾਡਾ ਅਗਲਾ ਸਮਤਲ ਹੋਵੇਗਾ। ਇਸੇ ਤਰ੍ਹਾਂ ਪਹਿਲੇ ਚਤੁਰਭੁਜ ਲਈ ਜਦੋਂ ਰੋਸ਼ਨੀ ਡਿੱਗ ਰਹੀ ਹੈ ਕਿ ਇਹ ਮੇਰਾ ਲੇਟਵਾਂ ਸਮਤਲ ਹੋਵੇਗਾ। ਇਸ ਲਈ ਨਿਰਮਾਣ ਕਰਨ ਲਈ ਇਹ ਸਿਖਰ ਦਾ ਦ੍ਰਿਸ਼ ਜਾਂ ਸਿਖਰ ਸਮਤਲ ਬਣ ਜਾਂਦਾ ਹੈ। ਇਸੇ ਤਰ੍ਹਾਂ ਪ੍ਰੋਫਾਈਲ ਪਲੇਨ ਲਈ ਇਹ ਪ੍ਰੋਜੈਕਟਡ ਬਣ ਜਾਂਦਾ ਹੈ। ਇਸ ਲਈ ਇਹ ਸਾਈਡ ਦਾ ਦ੍ਰਿਸ਼ ਬਣ ਜਾਂਦਾ ਹੈ। ਫਿਰ ਅਸੀਂ ਇਸ ਨੂੰ ਖੋਲ੍ਹਦੇ ਹਾਂ। ਇਹ ਸਾਹਮਣੇ ਦਾ ਦ੍ਰਿਸ਼, ਸਾਈਡ ਦਾ ਦ੍ਰਿਸ਼ ਅਤੇ ਸਿਖਰ ਦਾ ਦ੍ਰਿਸ਼ ਵਰਗਾ ਕੁਝ ਬਣ ਜਾਂਦਾ ਹੈ। ਅਗਲੇ ਸਮਤਲ ਤੋਂ ਅਗਲੇ ਨੂੰ ਸ਼ੁਰੂ ਕਰਨ ਲਈ ਅਗਲੇ ਇੱਕ ਜ਼ਰੂਰੀ ਗੱਲ ਹੈ। ਸਾਨੂੰ ਕਦੇ ਵੀ ਤਸਵੀਰ ਨਹੀਂ ਖਿੱਚਣੀ ਚਾਹੀਦੀ। ਬਾਅਦ ਵਿੱਚ ਅਸੀਂ ਇੱਕ ਕੰਪਿਊਟਰ ਗ੍ਰਾਫਿਕਸ ਸਿੱਖਾਂਗੇ, ਉੱਥੇ ਅਸੀਂ ਇਸ ਮੁੱਦੇ ਨੂੰ ਸਪੱਸ਼ਟ ਤੌਰ ਤੇ ਦੇਖਾਂਗੇ। ਜਦੋਂ ਅਸੀਂ ਹਵਾਲਾ ਸਮਤਲ ਬਣਾਉਣ ਤੋਂ ਬਾਅਦ ਡਰਾਇੰਗ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਕੋਈ ਵੀ ਤਸਵੀਰ ਖਿੱਚਣ ਦੀ ਸਥਿਤੀ ਵਿੱਚ ਹੋਵਾਂਗੇ। ਹਵਾਲਾ ਸਮਤਲ ਦੇ ਸਮਾਨਾਂਤਰ ਕਿਸੇ ਵੀ ਸਤਹ ਨੂੰ ਅਸੀਂ ਤੁਰੰਤ ਨਹੀਂ ਬਣਾ ਸਕਦੇ। ਪਹਿਲਾਂ ਸਾਨੂੰ ਇੱਕ ਹਵਾਲਾ ਜਹਾਜ਼ ਬਣਾਉਣਾ ਪਵੇਗਾ। ਉੱਥੋਂ ਦੀ ਜਾਣਕਾਰੀ ਨੂੰ ਪਾਸ ਕਰੋ। ਦੁਬਾਰਾ ਇੱਕ ਹੋਰ ਸਮਤਲ ਬਣਾਓ ਜਿਸ ਤੇ ਸਿਰਫ ਅਸੀਂ ਕੋਈ ਡਰਾਇੰਗ ਬਣਾ ਸਕਦੇ ਹਾਂ। ਇਸ ਨੂੰ ਬਾਅਦ ਵਿੱਚ ਦੇਖਾਂਗੇ। ਇਸ ਡਰਾਇੰਗ ਲਈ ਉਹਨਾਂ ਨਿਰੀਖਣਾਂ ਨਾਲ ਆਓ ਅਸੀਂ ਸਤਹਾਂ ਦੀ ਪਛਾਣ ਕਰੀਏ। ਸਾਹਮਣੇ ਵਾਲਾ ਸਮਤਲ, ਅਸੀਂ ਇਸ ਨੂੰ ਆਮ ਦਿਸ਼ਾ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ ਕਿ ਸਾਨੂੰ ਇਹਨਾਂ ਸਤਹਾਂ ਦੀ ਪਛਾਣ ਕਰਨੀ ਪਵੇਗੀ। ਖਾਸ ਤੌਰ ਤੇ ਉਸ ਹਵਾਲਾ ਸਮਤਲ ਦੀ ਪਛਾਣ ਕਰੋ, ਸ਼ਾਇਦ ਮੇਰਾ ਹਵਾਲਾ ਸਮਤਲ। ਮੈਂ ਉਸ ਸਮਤਲ ਤੇ ਇਸ ਦੀ
ਪਛਾਣ ਕਰਨਾ ਚਾਹਾਂਗਾ। ਮੈਂ ਇਸ ਹਿੱਸੇ ਦੀ ਕਲਪਨਾ ਕਰਨ ਦੀ ਸਥਿਤੀ ਵਿੱਚ ਹੋਵਾਂਗਾ। ਮੈਂ ਇਸ ਹਿੱਸੇ ਦੀ ਕਲਪਨਾ ਕਰਨ ਲਈ ਇੱਕ ਹਿੱਸੇ ਵਿੱਚ ਹੋਵਾਂਗਾ। ਮੈਂ ਉਸ ਹਿੱਸੇ ਦੀ ਕਲਪਨਾ ਕਰਨ ਲਈ ਇੱਕ ਹਿੱਸੇ ਵਿੱਚ ਹੋਵਾਂਗਾ। ਮੈਂ ਉਸ ਹਿੱਸੇ ਦੀ ਕਲਪਨਾ ਕਰਨ ਲਈ ਇੱਕ ਹਿੱਸੇ ਵਿੱਚ ਹੋਵਾਂਗਾ। ਕੁਝ ਹੋਰ ਹਿੱਸੇ ਜਿਨ੍ਹਾਂ ਦੀ ਮੈਂ ਕਲਪਨਾ ਨਹੀਂ ਕਰ ਸਕਦਾ ਹਾਂ। ਉਦਾਹਰਨ ਲਈ, ਇਸ ਸਰਫੇਸ ਨੂੰ ਮੈਂ ਉਸ ਸਮਤਲ ਤੇ ਕਲਪਨਾ ਨਹੀਂ ਕਰ ਸਕਦਾ ਹਾਂ। ਇਸੇ ਤਰ੍ਹਾਂ, ਉਸ ਸਮਤਲ ਤੇ ਮੈਂ ਇਸ ਸਰਫੇਸ ਦੀ ਕਲਪਨਾ ਕਰ ਸਕਦਾ ਹਾਂ, ਹਾਲਾਂਕਿ ਮੈਂ ਇਸ ਸਰਫੇਸ ਨੂੰ ਬੰਨ੍ਹਣ ਵਾਲੀਆਂ ਇਹਨਾਂ ਰੇਖਾਵਾਂ ਦੀ ਕਲਪਨਾ ਕਰ ਸਕਦਾ ਹਾਂ। ਮੈਂ ਇਹਨਾਂ ਸਤਹਾਂ ਦੀ ਕਲਪਨਾ ਨਹੀਂ ਕਰ ਸਕਦਾ ਹਾਂ। ਇਸੇ ਤਰ੍ਹਾਂ ਮੈਂ ਇਹਨਾਂ ਸਤਹਾਂ ਦੀ ਪਛਾਣ ਨਹੀਂ ਕਰ ਸਕਦਾ ਜਦੋਂ ਮੈਂ ਸਾਹਮਣੇ ਤੋਂ ਦ੍ਰਿਸ਼ ਦੇਖ ਰਿਹਾ ਹਾਂ। ਉਦਾਹਰਨ ਲਈ, ਆਓ ਅਸੀਂ ਇਹਨਾਂ ਹਵਾਲਾ ਸਮਤਲ ਨੂੰ ਵੇਖੀਏ। ਜਿਵੇਂ ਕਿ ਸਾਹਮਣੇ ਦਾ ਦ੍ਰਿਸ਼, ਸਾਈਡ ਦਾ ਦ੍ਰਿਸ਼ ਅਤੇ ਸਿਖਰ ਦਾ ਦ੍ਰਿਸ਼ ਕਿਸਮ ਦੀਆਂ ਚੀਜ਼ਾਂ। ਇੱਕ ਵਾਰ ਜਦੋਂ ਅਸੀਂ ਇਸ ਨੂੰ ਸਾਹਮਣੇ ਦੇ ਦ੍ਰਿਸ਼ ਦੀ ਦਿਸ਼ਾ ਵਜੋਂ ਪਛਾਣਦੇ ਹਾਂ, ਤਾਂ ਆਓ ਅਸੀਂ ਅਨੁਪਾਤਕ ਤੌਰ ਤੇ ਪੀਲੇ ਰੰਗ ਨੂੰ ਵੀ ਚੁਣੀਏ। ਇਹ ਸਾਹਮਣੇ ਦ੍ਰਿਸ਼ ਦਿਸ਼ਾ ਸਾਹਮਣੇ ਦ੍ਰਿਸ਼ ਹੈ। ਉਸ ਰੰਗ ਦੁਆਰਾ ਦਰਸਾਏ ਗਏ ਸਾਹਮਣੇ ਦੇ ਦ੍ਰਿਸ਼ ਵਿੱਚ ਜੋ ਚੀਜ਼ ਦਿਖਾਈ ਦਿੰਦੀ ਹੈ, ਉਹ ਹੈ ਇਹ ਅਤੇ ਉਹ ਹੈ। ਹੁਣ ਅਸੀਂ ਚੋਟੀ ਦੇ ਦ੍ਰਿਸ਼ ਤੋਂ ਵੇਖੀਏ। ਚੋਟੀ ਦੇ ਦ੍ਰਿਸ਼ ਦੀ ਦਿਸ਼ਾ ਮੈਜੈਂਟਾ ਹੈ। ਇਹ ਚੋਟੀ ਦੇ ਦ੍ਰਿਸ਼ ਦੀ ਦਿਸ਼ਾ ਹੈ। ਉੱਪਰੀ ਦ੍ਰਿਸ਼ ਦੀ ਦਿਸ਼ਾ ਵਿੱਚ ਜੋ ਦਿਖਾਈ ਦਿੰਦਾ ਹੈ ਉਹ ਇਸ ਰੰਗ ਦੁਆਰਾ ਦਿਖਾਇਆ ਗਿਆ ਹੈ। ਇਸ ਲਈ ਜਦੋਂ ਅਸੀਂ ਉੱਪਰਲੇ ਦ੍ਰਿਸ਼ ਤੋਂ ਦੇਖ ਰਹੇ ਹਾਂ, ਜੋ ਦਿਖਾਈ ਦਿੰਦਾ ਹੈ ਉਹ ਹਿੱਸਾ ਹੈ। ਅਸੀਂ ਦੁਬਾਰਾ ਇਸ ਹਿੱਸੇ ਨੂੰ ਦੇਖਾਂਗੇ, ਬਾਕੀ ਬਚੇ ਭਾਗਾਂ ਨੂੰ ਅਸੀਂ ਕਲਪਨਾ ਨਹੀਂ ਕਰ ਸਕਦੇ ਹਾਂ। ਉਦਾਹਰਨ ਲਈ, ਅਸੀਂ ਇਸ ਨੂੰ ਦ੍ਰਿਸ਼ ਨਹੀਂ ਕਰ ਸਕਦੇ। ਅਸੀਂ ਉਹਨਾਂ ਨੂੰ ਬਹੁਤ ਸਾਰੇ ਦ੍ਰਿਸ਼ ਨਹੀਂ ਰੱਖ ਸਕਦੇ। ਆਓ ਅਸੀਂ ਸਾਈਡ ਦ੍ਰਿਸ਼ ਦਾ ਟਿਕਾਣਾ ਚੁਣੀਏ। ਸਾਈਡ ਦਾ ਦ੍ਰਿਸ਼ ਸ਼ਾਇਦ ਨੀਲਾ ਰੰਗ ਇਹ ਸਾਈਡ ਦ੍ਰਿਸ਼ ਦਿਸ਼ਾ ਹੈ। ਜਦੋਂ ਅਸੀਂ ਇਸ ਹਿੱਸੇ ਦਾ ਨਿਰੀਖਣ ਕਰ ਰਹੇ ਹਾਂ ਤਾਂ ਅਸੀਂ ਇਹ ਸਮਝਣ ਦੀ ਸਥਿਤੀ ਵਿੱਚ ਹੋਵਾਂਗੇ ਕਿ ਅਸੀਂ ਇਸ ਸਤਹ ਨੂੰ ਨਹੀਂ ਦੇਖ ਸਕਦੇ। ਅਸੀਂ ਇਸ ਸਤਹ ਨੂੰ ਨਹੀਂ ਦੇਖ ਸਕਦੇ ਅਤੇ ਅਸੀਂ ਅੰਦਰੂਨੀ ਹਿੱਸੇ ਨੂੰ ਵੀ ਨਹੀਂ ਦੇਖ ਸਕਦੇ ਹਾਂ, ਪਰ ਅਸੀਂ ਇਸ ਹਿੱਸੇ ਨੂੰ ਦੇਖ ਸਕਦੇ ਹਾਂ। ਇਸ ਦੇ ਨਾਲ, ਅਸੀਂ ਇਸ ਨੂੰ ਦੇਖਣ ਲਈ ਇੱਕ ਹਿੱਸੇ ਵਿੱਚ ਹੋਵਾਂਗੇ। ਅਸੀਂ ਇਹ ਵੀ ਦੇਖਣ ਦੀ ਸਥਿਤੀ ਵਿੱਚ ਹੋਵਾਂਗੇ। ਕੁਝ ਸਤਹਾਂ ਹਨ ਜੋ ਦੋਵੇਂ ਹਵਾਲਾ ਦਿਸ਼ਾਵਾਂ ਤੇ ਦਿਖਾਈ ਦੇ ਸਕਦੀਆਂ ਹਨ। ਉਦਾਹਰਨ ਲਈ, ਜੇਕਰ ਅਸੀਂ ਇਸ ਰੰਗ ਨੂੰ ਚੁਣ ਰਹੇ ਹਾਂ, ਇਹ ਹਰੇ ਰੰਗ ਦਾ, ਆਓ ਹਰਾ ਚੁਣੀਏ। ਜਦੋਂ ਅਸੀਂ ਇਸ ਦਿਸ਼ਾ ਤੋਂ ਵੇਖਦੇ ਹਾਂ ਤਾਂ ਇਹ ਦਿਖਾਈ ਦਿੰਦਾ ਹੈ ਅਤੇ ਉੱਪਰਲੇ ਦ੍ਰਿਸ਼ ਤੋਂ ਵੀ ਇਹ ਹਿੱਸਾ ਦਿਖਾਈ ਦਿੰਦਾ ਹੈ। ਸਾਈਡ ਦ੍ਰਿਸ਼ ਤੋਂ ਇਹ ਹਿੱਸਾ ਦਿਸਦਾ ਹੈ, ਉੱਪਰਲੇ ਦ੍ਰਿਸ਼ ਤੋਂ ਵੀ ਇਹ ਹਿੱਸਾ ਦਿਸਦਾ ਹੈ। ਇਸ ਤਰ੍ਹਾਂ ਦੀਆਂ ਸਤਹਾਂ ਜੋ ਅਸੀਂ ਉੱਪਰਲੇ ਦ੍ਰਿਸ਼ ਅਤੇ ਪਾਸੇ ਦੇ ਦ੍ਰਿਸ਼ ਦੋਵਾਂ ਤੋਂ ਦਿਖਾਈ ਦਿੰਦੀਆਂ ਹਨ। ਕੁਝ ਸਤਹਾਂ ਹਨ ਜੋ ਉੱਪਰਲੇ ਦ੍ਰਿਸ਼ ਤੇ ਸਾਹਮਣੇ ਵਾਲੇ ਦ੍ਰਿਸ਼ ਤੇ ਦਿਖਾਈ ਦਿੰਦੀਆਂ ਹਨ। ਆਓ ਉਹਨਾਂ ਨੂੰ ਚੁਣੀਏ। ਕੁਝ ਇਸ ਤਰ੍ਹਾਂ ਇਹ ਇੱਕ ਉੱਪਰਲੇ ਦ੍ਰਿਸ਼ ਤੇ ਸਾਹਮਣੇ ਦੇ ਦ੍ਰਿਸ਼ ਤੋਂ ਦਿਖਾਈ ਦਿੰਦਾ ਹੈ। ਸਾਹਮਣੇ ਵਾਲਾ ਦ੍ਰਿਸ਼ ਇਹ ਦਿਸ਼ਾ ਹੈ, ਇਸ ਲਈ ਇਹ ਦਿਖਾਈ ਦੇਣ ਵਾਲਾ ਚੋਟੀ ਦਾ ਦ੍ਰਿਸ਼ ਹੈ। ਇਸ ਦਿਸ਼ਾ ਵਿੱਚ ਇਹ ਹਿੱਸਾ ਵੀ ਦਿਖਾਈ ਦਿੰਦਾ ਹੈ। ਕੁਝ ਚੀਜ਼ਾਂ ਜੋ ਇਹਨਾਂ ਵਿੱਚੋਂ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਬਿਲਕੁਲ ਦਿਖਾਈ ਨਹੀਂ ਦਿੰਦੀਆਂ। ਆਓ ਅਸੀਂ ਇਸ ਨੂੰ ਵੇਖੀਏ। ਆਓ ਕਾਲੇ ਰੰਗ ਦੀ ਵਰਤੋਂ ਕਰੀਏ। ਉਦਾਹਰਨ ਲਈ, ਇਹ ਅੰਦਰੂਨੀ ਚਿੱਟਾ ਰੰਗ, ਅਸੀਂ ਇਸ ਨੂੰ ਕਿਸੇ ਵੀ ਦਿਸ਼ਾ ਤੋਂ ਕਲਪਨਾ ਨਹੀਂ ਕਰ ਸਕਦੇ। ਇਹ ਇਸ ਦੇ ਪਿੱਛੇ ਵੀ ਹੈ, ਇਸ ਲਈ ਮੈਂ ਇਸ ਹਿੱਸੇ ਦੀ ਕਲਪਨਾ ਨਹੀਂ ਕਰ ਸਕਦਾ। ਇਸੇ ਤਰ੍ਹਾਂ ਮੈਂ ਇਹਨਾਂ ਵਿੱਚੋਂ ਕਿਸੇ ਵੀ ਦ੍ਰਿਸ਼ ਤੋਂ ਇਸ ਹਿੱਸੇ ਦੀ ਕਲਪਨਾ ਨਹੀਂ ਕਰ ਸਕਦਾ। ਹੁਣ ਅਸੀਂ ਪਹਿਲੇ ਕੋਣ, ਪਹਿਲੇ ਚਤੁਰਭੁਜ ਪ੍ਰੋਜੇਕਸ਼ਨ ਦੀ ਵਰਤੋਂ ਕਰਕੇ ਇਸ ਪੂਰੀ ਵਸਤੂ ਨੂੰ ਬਣਾਉਂਦੇ ਹਾਂ। ਆਓ ਅਸੀਂ ਪਹਿਲੀ ਉਦਾਹਰਣ ਵਿੱਚ ਆਪਣੀ ਉਦਾਹਰਣ ਨੂੰ ਯਾਦ ਕਰੀਏ। ਜੇਕਰ ਸਾਡੇ ਕੋਲ ਪਹਿਲੇ ਚਤੁਰਭੁਜ ਵਿੱਚ ਕੋਈ ਵਸਤੂ ਹੈ, ਇੱਕ ਵਾਰ ਜਦੋਂ ਅਸੀਂ ਫੈਸਲਾ ਕਰ ਲਿਆ ਕਿ ਇਹ ਮੇਰਾ ਸਾਹਮਣੇ ਦਾ ਦ੍ਰਿਸ਼ ਹੈ, ਧੁੰਦਲਾ ਸਮਤਲ ਤੇ ਸਾਡੇ ਕੋਲ ਉਹ ਸਾਹਮਣੇ ਵਾਲਾ ਦ੍ਰਿਸ਼ ਹੈ।
ਹੋ ਸਕਦਾ ਹੈ ਕਿ ਜੇਕਰ ਮੈਂ ਇਸ ਨੂੰ ਇਸ ਦਿਸ਼ਾ ਤੋਂ ਕਲਪਨਾ ਕਰ ਰਿਹਾ ਹਾਂ, ਤਾਂ ਇਹ ਭਾਗ ਪ੍ਰੋਜੇਕਸ਼ਨ ਅਪਾਰਦਰਸ਼ੀ ਸਮਤਲ ਇਹ ਹੋਵੇਗਾ। ਇਸ ਲਈ ਇਸ ਨੂੰ ਫਲਿਪ ਕੀਤਾ ਜਾਵੇਗਾ। ਇਸ ਲਈ ਸਾਡੇ ਕੋਲ ਸੱਜੇ ਪਾਸੇ ਦਾ ਦ੍ਰਿਸ਼ ਹੋਵੇਗਾ। ਜੇਕਰ ਸਾਡਾ ਦ੍ਰਿਸ਼ਟੀਕੋਣ ਖੱਬੇ ਪਾਸੇ ਦੀ ਦਿਸ਼ਾ ਤੋਂ ਸੱਜੇ ਪਾਸੇ ਦੀ ਦਿਸ਼ਾ ਵੱਲ ਹੈ ਤਾਂ ਧੁੰਦਲਾ ਸਮਤਲ ਉਹੀ ਹੋਵੇਗਾ। ਇਸ ਲਈ ਸਾਡਾ ਨਜ਼ਰੀਆ ਉਸ ਪਾਸੇ ਹੋਵੇਗਾ। ਦੂਜੇ ਪਾਸੇ ਸਾਡੇ ਕੋਲ ਹੋਵੇਗਾ ਉੱਪਰ ਤੋਂ। ਜੇਕਰ ਅਸੀਂ ਇਸ ਨੂੰ ਅਪਾਰਦਰਸ਼ੀ ਸਮਤਲ ਤੇ ਪਹਿਲੇ ਚਤੁਰਭੁਜ ਵਿੱਚ ਦੇਖ ਰਹੇ ਹਾਂ, ਤਾਂ ਸਾਡੇ ਕੋਲ ਪ੍ਰੋਜੈਕਸ਼ਨ ਹੋਵੇਗਾ। ਇਸ ਲਈ ਇਹ ਹੇਠਲੇ ਪੱਧਰ ਤੇ ਆਉਂਦਾ ਹੈ। ਇਸ ਲਈ ਬਸ ਯਾਦ ਰੱਖੋ ਕਿ ਇਸ ਦੀ ਵਰਤੋਂ ਕਰਕੇ ਅਸੀਂ ਵਸਤੂ ਦਾ ਨਿਰਮਾਣ ਕਰਾਂਗੇ। ਇਸ ਲਈ ਵਸਤੂ ਇੱਥੇ ਦਿਖਾਈ ਗਈ ਹੈ। ਅਤੇ ਦਿਸ਼ਾ ਇਹ ਹੈ। ਸਾਨੂੰ 1, 2, 3, 4 ਦੀ ਪਾਲਣਾ ਕਰਨ ਲਈ ਪਹਿਲਾਂ, ਸਾਨੂੰ ਇੱਕ ਸਾਹਮਣੇ ਦਾ ਦ੍ਰਿਸ਼ ਬਣਾਉਣਾ ਪਵੇਗਾ। ਇਹ ਉਹ ਹੈ ਜੋ ਸਾਨੂੰ ਬਣਾਉਣਾ ਹੈ। ਆਓ ਅਸੀਂ ਆਪਣੀ ਡਰਾਇੰਗ ਸ਼ੀਟ ਤੇ ਸਮਾਂਤਰ ਤੌਰ ਤੇ ਇਸ 3 ਆਯਾਮੀ ਵਸਤੂ ਨੂੰ ਦੇਖਦੇ ਹੋਏ ਸ਼ੁਰੂ ਕਰੀਏ। ਇਸ ਲਈ ਸਾਡੇ ਪੈਮਾਨੇ ਦੀ ਵਰਤੋਂ ਕਰੋ। ਡਰਾਇੰਗ ਸ਼ੀਟ ਦੀ ਵਰਤੋਂ ਕਰਦੇ ਹੋਏ ਸਭ ਤੋਂ ਪਹਿਲਾਂ 200 ਲੰਬਾਈ ਖਿੱਚੋ। ਇੱਥੇ 200 ਦੀ ਲੰਬਾਈ। ਅਸੀਂ ਦੇਖ ਸਕਦੇ ਹਾਂ ਕਿ ਇਹ 80 ਯੂਨਿਟ ਹੈ। ਇਹ 140 ਯੂਨਿਟ ਹੈ ਅਤੇ ਇਹ 80 ਯੂਨਿਟ ਹੈ। ਇਸ ਲਈ 80 ਜੋੜ 40 ਜਮਾ 80 200 ਇਕਾਈਆਂ ਦੇ ਬਰਾਬਰ ਹੈ। ਸਾਨੂੰ ਇੱਕ ਲਾਈਨ ਖਿੱਚਣੀ ਪਵੇਗੀ। ਇਸ ਲਈ ਚੋਟੀ ਦੇ ਦ੍ਰਿਸ਼ ਤੇ 100 ਮਿਲੀਮੀਟਰ ਤੱਕ ਚੁਣੋ। ਇਸ ਲਈ ਕਿਤੇ ਇੱਥੇ ਸ਼ੁਰੂ ਹੁੰਦਾ ਹੈ। ਇਸ ਲਈ ਅਸੀਂ ਅੱਗੇ ਵਧਦੇ ਹਾਂ। ਇਹਨਾਂ ਅੰਤ ਬਿੰਦੂਆਂ ਨੂੰ ਚਿੰਨ੍ਹਿਤ ਕਰੋ। ਇਹ 200 ਮਿਲੀਮੀਟਰ ਹੋਣਾ ਚਾਹੀਦਾ ਹੈ। ਫਿਰ ਲੰਬਕਾਰੀ ਤੌਰ ਤੇ ਸਾਨੂੰ 50 mm ਤੱਕ ਜਾਣਾ ਪਵੇਗਾ। ਇਸ ਲਈ ਆਓ ਆਪਣੇ ਪ੍ਰੋਟੈਕਟਰ ਮਾਰਕ ਮਿਲੀਮੀਟਰ ਦੀ ਵਰਤੋਂ ਕਰੀਏ। ਸਭ ਤੋਂ ਪਹਿਲਾਂ ਅਸੀਂ ਸਾਹਮਣੇ ਦਾ ਦ੍ਰਿਸ਼ 50 ਵਸਤੂ ਬਣਾਵਾਂਗੇ। ਇੱਥੇ 1, 2, 3, 4 ਅਤੇ 5 ਇਸ ਹਿੱਸੇ ਤੱਕ। ਫਿਰ ਸਾਨੂੰ ਦ੍ਰਿਸ਼ ਤੋਂ ਇੱਕ ਆਇਤਕਾਰ ਬਣਾਉਣਾ ਹੋਵੇਗਾ। ਇਸ ਲਈ ਅਸੀਂ ਅੱਗੇ ਵਧਾਂਗੇ। ਸਾਡੇ ਰੋਲਰ ਸਕੇਲ ਦੀ ਵਰਤੋਂ ਕਰਕੇ ਇੱਥੇ ਪੂਰੀ ਤਰ੍ਹਾਂ ਇੱਕ ਲਾਈਨ ਬਣਾਉਂਦੇ ਹਾਂ। ਫਿਰ ਇਸ ਨੂੰ ਜੋੜੋ। ਇਹ ਹਿੱਸਾ ਇਹ 50 ਮਿਲੀਮੀਟਰ ਚੀਜ਼ ਹੈ ਜੋ ਸਾਡੇ ਕੋਲ ਹੈ। ਅਤੇ ਅਸੀਂ ਇੱਕ ਅਰਧ ਚੱਕਰ ਬਣਾਉਣਾ ਚਾਹਾਂਗੇ, ਇੱਕ ਸਿਲੰਡਰ ਵਾਲਾ ਹਿੱਸਾ ਇੱਥੋਂ 70 ਯੂਨਿਟਾਂ ਦਾ ਹੋਣਾ ਚਾਹੀਦਾ ਹੈ। ਇਸ ਲਈ ਇੱਥੋਂ 70 ਯੂਨਿਟਾਂ ਤੇ ਸਾਨੂੰ ਇੱਕ ਲੰਬਕਾਰੀ ਰੇਖਾ ਬਣਾਉਣੀ ਪਵੇਗੀ। 135 ਮਿਲੀਮੀਟਰ ਸਾਡੇ ਕੋਲ ਇਹ ਚੱਕਰ ਹੈ। ਇਸ ਲਈ ਇੱਥੇ ਤੋਂ 35 ਮਿਲੀਮੀਟਰ ਦਾ ਪਤਾ ਲਗਾਓ, ਜੋ ਕਿ ਕੇਂਦਰ ਤੋਂ ਵੀ ਹੈ। ਇਹ 5 ਮਿਲੀਮੀਟਰ 70 ਮਿਲੀਮੀਟਰ ਲੰਘ ਰਿਹਾ ਹੈ। ਇਸ ਲਈ ਸਾਨੂੰ 35 ਮਿਲੀਮੀਟਰ ਦਾ ਪਤਾ ਲਗਾਉਣਾ ਪਵੇਗਾ। ਇਸ ਲਈ ਇੱਥੇ 10, 20, 30, 35 ਮਿਲੀਮੀਟਰ ਸਾਨੂੰ ਇੱਕ ਲੰਬਕਾਰੀ ਰੇਖਾ ਖਿੱਚਣੀ ਪਵੇਗੀ, ਜਿੱਥੇ ਸਾਡਾ ਚੱਕਰ ਉਸ ਵਿੱਚੋਂ ਲੰਘ ਸਕਦਾ ਹੈ। ਅਤੇ ਚੱਕਰ 30 mm ਦੇ ਕੇਂਦਰ ਵਿੱਚ ਹੈ। ਇਸ ਲਈ 35 ਮਿਲੀਮੀਟਰ ਦਾ ਪਤਾ ਲਗਾਓ। ਇੱਥੇ ਇਸ ਲਈ ਸਾਡਾ ਚੱਕਰ ਉੱਥੇ ਹੋ ਸਕਦਾ ਹੈ।
ਅਤੇ ਚੱਕਰ ਦਾ ਘੇਰਾ 35 ਮਿਲੀਮੀਟਰ ਵਿਆਸ ਹੋਣਾ ਚਾਹੀਦਾ ਹੈ। ਇਸ ਲਈ ਆਓ ਇਸ ਪੱਧਰ ਤੇ 35 ਮਿਲੀਮੀਟਰ ਦਾ ਨਿਰਮਾਣ ਕਰੀਏ। ਇਸ ਲਈ ਇਹ ਕਾਗਜ਼ ਤੋਂ ਬਾਹਰ ਹੈ। ਇਸ ਲਈ ਆਓ ਅਸੀਂ ਇਸ ਨੂੰ ਹੇਠਾਂ ਕਰੀਏ। ਇਸ ਲਈ ਇੱਥੇ ਜੇਕਰ ਅਸੀਂ ਬਣਾ ਰਹੇ ਹਾਂ ਤਾਂ ਉਸ ਦਾ ਨਿਰਮਾਣ ਕਰੋ। ਬਾਕੀ ਬਚੇ ਹਿੱਸੇ ਨੂੰ ਅਸੀਂ ਇਸ ਨੂੰ ਖਤਮ ਕਰ ਸਕਦੇ ਹਾਂ। ਇੱਕ ਵਾਰ ਜਦੋਂ ਇਹ ਹੋ ਜਾਂਦਾ ਹੈ ਤਾਂ ਸਾਨੂੰ ਇੱਕ ਹੋਰ ਚੱਕਰ ਬਣਾਉਣ ਲਈ ਉਸ ਦਿਸ਼ਾ ਵਿੱਚ ਜਾਣਾ ਪਵੇਗਾ। ਅਤੇ ਇਹ ਸਾਡੇ ਕੋਲ 50 ਮਿਲੀਮੀਟਰ ਦਾ ਵਿਆਸ ਹੈ। ਇਸ ਲਈ ਇਹ ਵਿਆਸ 50 ਮਿਲੀਮੀਟਰ ਹੈ। ਅਸੀਂ ਪਹਿਲਾਂ ਹੀ ਜਾਣਦੇ ਹਾਂ ਜੋ ਅਸੀਂ ਇਸ ਤੋਂ ਪ੍ਰਾਪਤ ਕਰਾਂਗੇ। ਇਸ ਲਈ ਉਸੇ ਕੇਂਦਰ ਤੋਂ ਖਿੱਚੋ 25 ਮਿਲੀਮੀਟਰ ਲੱਭੋ। ਇਸ ਲਈ 25 ਮਿਲੀਮੀਟਰ ਇਸ ਤਰੀਕੇ ਨਾਲ ਇੱਕ ਚੱਕਰ ਖਿੱਚੋ। ਉਸ ਤੋਂ ਬਾਅਦ ਸਾਡੇ ਕੋਲ ਵਸਤੂ ਹੈ ਕੁਝ 40 ਮਿਲੀਮੀਟਰ। ਸਾਨੂੰ 80 ਮਿਲੀਮੀਟਰ ਦੀ ਦੂਰੀ ਨਾਲ ਸ਼ੁਰੂ ਕਰਦੇ ਹੋਏ ਇੱਕ ਸਲਾਟ ਬਣਾਉਣਾ ਹੋਵੇਗਾ। ਇਸ ਲਈ ਇੱਕ ਕਿਨਾਰੇ ਤੋਂ 80 ਮਿਲੀਮੀਟਰ ਸਥਿਤ ਹੈ। अस्सी मिलीमीटर ਇਸ ਪੈਮਾਨੇ ਤੇ ਇਹ ਕਿਨਾਰਾ ਹੈ। ਪੂਰੇ ਤਰੀਕੇ ਨਾਲ 240 ਮਿਲੀਮੀਟਰ ਸਾਨੂੰ ਇੱਕ ਸਲਾਟ ਲੱਭਣਾ ਹੈ। ਇਸ ਲਈ ਚਲੋ ਅਸੀਂ 40 ਮਿਲੀਮੀਟਰ ਸ਼ੁਰੂ ਕਰੀਏ। 10 20 30 40 ਇਹ ਉਹ ਸਥਾਨ ਹੈ ਜੋ ਸਾਰੇ ਤਰੀਕੇ ਨਾਲ ਉੱਪਰ ਜਾਣਾ ਹੈ। ਇਸ ਲਈ ਉਸੇ ਤਰ੍ਹਾਂ ਸ਼ਾਮਲ ਹੋਵੋ। ਉਸ ਵਿੱਚ ਸ਼ਾਮਲ ਹੋਵੋ। ਇਹ 70 ਮਿਲੀਮੀਟਰ ਸਾਨੂੰ ਲੱਭਣਾ ਹੈ। ਉਦਾਹਰਨ ਲਈ ਆਓ ਇਸ ਤਸਵੀਰ ਨੂੰ ਵੇਖੀਏ। ਉੱਥੇ ਇੱਕ ਬਿੰਦੂ ਹੈ ਜੋ ਇੱਥੇ ਤੋਂ ਉੱਥੇ ਤੱਕ ਨਿਸ਼ਚਿਤ ਦੂਰੀ ਹੈ। ਇਹ 70 ਮਿਲੀਮੀਟਰ ਹੈ। ਅਸੀਂ ਇਸ ਹਿੱਸੇ ਨੂੰ ਪਹਿਲਾਂ ਹੀ ਜਾਣਦੇ ਹਾਂ। ਸਾਡੇ ਕੋਲ ਉਹ ਝੁਕਾਅ 70 ਮਿਲੀਮੀਟਰ ਦੁਆਰਾ ਕੱਟਿਆ ਜਾਂਦਾ ਹੈ। ਇਸ ਲਈ ਪਹਿਲਾਂ ਇੱਕ ਬਿੰਦੂ ਲੱਭੋ। ਫਿਰ ਸਾਨੂੰ ਇਸ ਬਿੰਦੂ ਤੋਂ ਉਸ ਬਿੰਦੂ ਤੱਕ ਇੱਕ ਸਪਰਸ਼ ਬਣਾਉਣਾ ਹੋਵੇਗਾ। ਇਸ ਲਈ ਬਾਹਰੀ ਬਿੰਦੂ ਤੋਂ ਯਾਦ ਕਰੋ ਕਿ ਇੱਕ ਸਪਰਸ਼ ਕਿਵੇਂ ਬਣਾਉਣਾ ਹੈ। ਇਸ ਲਈ ਸਭ ਤੋਂ ਪਹਿਲਾਂ ਇੱਥੋਂ ਲੱਭੋ ਜਿੱਥੇ ਇਹ 70 ਮਿਲੀਮੀਟਰ ਮੌਜੂਦ ਹੈ। ਇਹ ਬਿੰਦੂ ਹੈ। ਕਿਉਂਕਿ ਜੇਕਰ ਅਸੀਂ ਮੱਧ ਬਿੰਦੂ ਬਣਾਉਣ ਵਾਲੀ ਇਸ ਰੇਖਾ ਨੂੰ ਖਿੱਚ ਸਕਦੇ ਹਾਂ ਅਤੇ ਬਿੰਦੂ ਜਿਸ ਵਿੱਚੋਂ ਇਹ ਲੰਘ ਰਿਹਾ ਹੈ, ਸਭ ਤੋਂ ਪਹਿਲਾਂ ਇਸ ਬਿੰਦੂ ਤੱਕ ਇੱਕ ਲੰਬਕਾਰ ਦੁਪਾਸ਼ਕ ਬਣਾਉਣਾ ਹੋਵੇਗਾ। ਉੱਥੇ ਕੁਝ । ਇਹਨਾਂ ਬਿੰਦੂਆਂ
ਨਾਲ ਜੁੜੋ। ਇਸ ਲਈ ਇਹ ਲੰਬਵਤ ਦੁਭਾਜਕ ਹੈ ਅਤੇ ਇਸ ਚੱਕਰ ਤੋਂ ਡਰਾਇੰਗ ਟੈਂਜੈਂਟ ਨੂੰ ਯਾਦ ਕਰੋ। ਇਸ ਲਈ ਇਸ ਬਿੰਦੂ ਹੋਣਾ ਚਾਹੀਦਾ ਹੈ। ਇਸ ਲਈ ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ ਇੱਕ ਸਪਰਸ਼ ਬਣਾਉਂਦੇ ਹਾਂ ਅਤੇ ਇਹ ਸਾਹਮਣੇ ਵਾਲਾ ਦ੍ਰਿਸ਼। ਹੁਣ ਤੁਰੰਤ ਜੇ ਅਸੀਂ ਇਹਨਾਂ ਲਾਈਨਾਂ ਨੂੰ ਇਸ ਦਿਸ਼ਾ ਵਿੱਚ ਪੇਸ਼ ਕਰ ਰਹੇ ਹਾਂ, ਇਸੇ ਤਰ੍ਹਾਂ ਇਸ ਦਿਸ਼ਾ ਵਿੱਚ ਜੇਕਰ ਅਸੀਂ ਹੋਰ ਵਿਚਾਰ ਪੇਸ਼ ਕਰ ਰਹੇ ਹਾਂ, ਤਾਂ ਉਹ ਸਾਰੇ ਜਾ ਸਕਦੇ ਹਨ। ਇਸ ਲਈ ਕਿਰਪਾ ਕਰਕੇ ਇਸ ਸਮੱਸਿਆ ਦਾ ਅਭਿਆਸ ਦੂਜੇ ਦ੍ਰਿਸ਼ ਅਤੇ ਹੇਠਲੇ ਦ੍ਰਿਸ਼ਾਂ ਨੂੰ ਬਣਾਉਣ ਦੇ ਰੂਪ ਵਿੱਚ ਕਰੋ। ਇਸ ਲਈ ਹੁਣ ਤੱਕ ਇਸ ਨੂੰ ਸਾਹਮਣੇ ਦ੍ਰਿਸ਼ ਵਜੋਂ ਨਾਮ ਦਿਓ। ਠੀਕ ਹੈ, ਤੁਹਾਡਾ ਧੰਨਵਾਦ।